सीरीज़ जी 3 सीरीज़ आ BMW दी ਬੈਸਟ ਸੈਲਿੰਗ ਸਡੈਨ ਹੈ ਆਪਣੇ ਸੈਗਮੈਂਟ ਦੇ ਵਿੱਚ। ਤੇ ਹੁਣ ਇਹਨਾਂ ਨੇ ਇਹਦਾ ਨਵਾਂ ਰੀਡਿਜ਼ਾਈਨ ਕਰਤਾ। ਹੁਣ ਤਾਂ ਨਹੀਂ, ਲਗਭਗ ਸਾਲ ਹੋਣ ਵਾਲਾ ਇਹਦਾ ਰੀਡਿਜ਼ਾਈਨ ਆਏ ਨੂੰ। ਵੀ ਆਰ ਲੇਟ, ਅਸੀਂ ਵੀਡੀਓ ਲੇਟ ਬਣਾ ਰਹੇ ਹਾਂ, ਬਟ ਦੇਰ ਆਏ ਦਰੁਸਤ ਆਏ। ਤੇ ਅੱਜ ਅਸੀਂ ਇਸ ਗੱਡੀ ਬਾਰੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਕੀ ਉਹਨਾਂ ਨੇ ਇੰਪਰੂਵਮੈਂਟਸ ਕੀਤੀਆਂ ਨੇ, ਕਿਸ ਤਰ੍ਹਾਂ ਇਹ ਕੰਪੀਟੀਸ਼ਨ ਦੇ ਵਿੱਚ ਮਤਲਬ C300 ਜਿਹਨੂੰ ਆਪਣੇ ਬੰਦੇ ਬਹੁਤ ਲੈਂਦੇ ਆ ਉਹਦੇ ਨਾਲ ਕੰਪੀਟ ਕਰਦੀ ਆ, ਜਾਂ ਕਿੱਦਾਂ ਇਹਦਾ ਜਿਹੜਾ ਲੋਅਰ ਕੰਪੀਟੀਸ਼ਨ ਹੈ Audi A4 ਵਗੈਰਾ, ਕਿਸ ਤਰ੍ਹਾਂ ਇਹ ਕੰਪੈਰੀਜ਼ਨ ਦੇ ਵਿੱਚ ਉਹ ਗੱਡੀ ਨਾਲ ਹੁੰਦੇ ਆ, ਹੈ ਨਾ। ਮਤਲਬ ਅਸੀਂ ਡਾਇਰੈਕਟ ਕੰਪੈਰੀਜ਼ਨ ਨਹੀਂ ਕਰਾਂਗੇ, ਬਟ ਵਿੱਚ ਵੀਡੀਓ ਤੁਹਾਨੂੰ ਦੱਸਾਂਗੇ ਵੀ ਕਿਹੜੀਆਂ ਚੀਜ਼ਾਂ ਤੁਹਾਨੂੰ ਉਹਦੇ ਵੱਲ ਕੰਪੈਲ ਕਰਦੀਆਂ, ਕਿਹੜੀਆਂ ਚੀਜ਼ਾਂ ਸਿਰਫ ਇਸ ਗੱਡੀ ਵੱਲ ਕੰਪੈਲ ਕਰਦੀਆਂ, ਤੇ ਕੀ ਇਹ ਗੱਡੀ ਸੈਗਮੈਂਟ ਦੀ ਬੈਸਟ ਸੈਲਿੰਗ, ਚਲੋ ਬੈਸਟ ਸੈਲਿੰਗ ਕਾਰ ਤਾਂ ਇਹ ਗੱਡੀ ਹੈਗੀ ਆ ਆਪਣੇ ਸੈਗਮੈਂਟ ਦੀ, ਪਰ ਇਹ ਇਹ ਗੱਡੀ ਆਪਣੇ ਸੈਗਮੈਂਟ ਦੀ ਬੈਸਟ ਕਾਰ ਵੀ ਹੈਗੀ ਆ। ਲੈਟਸ ਫਾਈਂਡ ਇਟ ਆਊਟ ਇਨ ਦਿਸ ਵੀਡੀਓ। ਥੈਂਕ ਯੂ। ਕਰਦੇ ਹਾਂ ਗੱਡੀ ਦੇ ਫਰੰਟ ਤੋਂ। ਗੱਡੀ ਨੂੰ ਮਿਲਦੇ ਆ ਡੂਅਲ LED ਲਾਈਟਸ ਮਿਲਦੇ ਆ ਗੱਡੀ ਨੂੰ। ਸੋ ਦਿਸ ਇਜ਼ ਦਾ ਟਰਨ ਇੰਡੀਕੇਟਰ ਔਨ ਦਾ ਅਪ। ਮੈਂ ਚਲਾ ਕੇ ਦਿਖਾਉਣਾ ਤੁਹਾਨੂੰ। ਬਹੁਤ ਸੋਹਣੀਆਂ ਹੈਡਲਾਈਟਸ ਮਿਲਦੀਆਂ ਨੇ, ਥੱਲੇ DRLs ਨੇ, ਤੇ ਨਾਲ ਜਿਵੇਂ ਕਿ ਹੁਣ ਸਾਰੀਆਂ ਕੰਪਨੀਆਂ ਕਰਦੀਆਂ ਨੇ, ਇਹਨਾਂ ਨੇ 에ਅਰ ਵੈਂਟ 에ਅਰ ਚੈਨਲਾਈਜ਼ ਕਰਨ ਨੂੰ ਟੁਵਰਡਸ ਦਾ ਬ੍ਰੇਕ ਪੈਡਸ, ਬ੍ਰੇਕਸ ਦੀ ਕੂਲਿੰਗ ਲਈ ਜਾਂ ਓਵਰਆਲ ਐਰੋਡਾਇਨਾਮਿਕ ਐਫੀਸ਼ੀਐਂਸੀ ਵਧਾਉਣ ਲਈ ਇੱਥੇ ਵੀ ਇੱਕ ਵੈਂਟ ਦਿੱਤਾ ਹੋਇਆ, ਵਿਚ ਲੁੱਕਸ ਕੂਲ, ਵਧੀਆ ਲੱਗਦਾ ਆ। ਹੇਅਰ ਇਟ ਸੇਜ਼ BMW LED, ਲੱਗ ਕੇ ਹੀ ਸਾਨੂੰ ਪਤਾ ਹੈ LED ਆ। ਐਂਡ ਜਿਹੜੀ ਇਹਨਾਂ ਨੇ ਫਰੰਟ 'ਚ ਇੱਕ ਹੋਰ ਬਹੁਤ ਵਧੀਆ ਚੀਜ਼ ਕੀਤੀ ਆ, ਜਿਹੜੀ ਇਹ ਗ੍ਰਿਲ ਆ, ਦਿਸ ਇਜ਼ ਐਕਟਿਵ ਗ੍ਰਿਲ। ਸੋ ਜਦੋਂ ਹੀ ਗੱਡੀ ਨੂੰ ਹਨਾ ਮਤਲਬ ਰੇਡੀਏਟਰ ਫੈਨ ਨੂੰ ਜਾਂ ਰੇਡੀਏਟਰ ਨੂੰ ਕੂਲਿੰਗ ਦੀ ਜ਼ਰੂਰਤ ਪੈਂਦੀ ਹੈ ਇੰਜਨ ਨੂੰ, ਤਾਂ ਇਹ ਜਿਹੜੇ ਐਕਟਿਵ ਸ਼ਟਰ ਤਾਂ ਇਹ ਖੁੱਲ ਜਾਂਦੇ ਆ। ਇਸ ਟਾਈਮ ਤੁਸੀਂ ਦੇਖ ਸਕਦੇ ਹੋ ਇਹ ਗ੍ਰਿਲ 'ਚੋਂ ਕੋਈ ਵੀ ਹਵਾ ਪਾਸ ਨਹੀਂ ਕਰੂਗੀ, ਪਰ ਜਦੋਂ ਹੀ ਗੱਡੀ ਨੂੰ ਲੋੜ ਆ ਕੂਲਿੰਗ ਦੀ, ਨਾਲ ਹੀ ਇਹਨਾਂ ਨੇ ਖੁੱਲ ਜਾਣਾ ਤੇ ਹਵਾ ਪਾਸ ਹੋਣ ਲੱਗ ਜੂਗੀ। ਇਹਦਾ ਫਾਇਦਾ BMW ਕਹਿੰਦੀ ਆ ਵੀ ਐਰੋਡਾਇਨਾਮਿਕਸ ਵਧੀਆ ਹੁੰਦੇ ਆ ਗੱਡੀ ਦੇ, ਥੋੜੀ ਜਿਹੀ ਐਫੀਸ਼ੀਐਂਸੀ ਵੱਧਦੀ ਆ। ਸੋ ਮੰਨ ਲੈਂਦੇ ਕਿਡਨੀ ਗ੍ਰਿਲਸ ਵੱਡੀਆਂ ਕਰਤੀਆਂ। ਦਿਸ ਇਜ਼ ਦਾ ਰਾਈਟ ਸਾਈਜ਼। X7 ਨੂੰ ਜਾਂ ਹੋਰ ਜਿਹੜੇ ਮਾਡਲ ਆਉਂਦੇ ਆ ਉਹਨਾਂ ਦੇ ਵਿੱਚ ਤਾਂ ਕੁਝ ਜ਼ਿਆਦਾ ਹੀ ਵੱਡੀਆਂ ਕਰਤੀਆਂ। ਦਿਸ ਇਜ਼ ਦਾ ਰਾਈਟ ਸਾਈਜ਼। ਤੇ ਮੇਰੇ ਹਿਸਾਬ ਨਾਲ ਗੱਡੀ ਬਹੁਤ ਸੋਹਣੀ ਹੈ, ਬਹੁਤ ਮਸਕੂਲਰ ਹੈ, ਬਹੁਤ ਸੋਹਣੀ ਲੱਗਦੀ ਹੈ। ਕਾਰ ਨੂੰ ਮਿਲਦੇ ਆ ਜੀ 225 45R R18 ਟਾਇਰ ਬ੍ਰਿਜਸਟੋਨ ਦੇ। ਅਨਫੋਰਚੂਨੇਟਲੀ ਇਸ ਗੱਡੀ ਦੇ ਟਾਇਰ ਬਹੁਤ ਛੇਤੀ ਉੱਡ ਗਏ। ਵੀ ਡੋਂਟ ਨੋ ਦਾ ਰੀਜ਼ਨ, ਤੇ ਮੇਬੀ ਜੇ ਤੁਹਾਡੇ ਨਾਲ ਹੋਇਆ ਤਾਂ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ। ਤੇ ਇਹ ਗੱਡੀ ਦਾ ਜਿਹੜਾ ਵੀ ਸਾਈਜ਼ ਆ ਇਟਸ 18 ਇੰਚ। ਡਾਇਮੰਡ ਕੱਟ ਵੀਲਸ ਮਿਲਦੇ ਆ ਇਹਨੂੰ, ਬੜੇ ਸੋਹਣੇ ਵੀਲਸ ਆ। ਐਂਡ ਜਿਹੜੀ ਗੱਡੀ ਦੀ ਸਾਈਡ ਪ੍ਰੋਫਾਈਲ ਆ ਉਹਨੂੰ ਪੂਰਾ ਇਹ ਜਿਹੜਾ ਕੀ ਆ ਮੈਚ ਕਰਦੇ ਆ ਨਾ। ਗੱਡੀ ਬਿਲਕੁਲ ਰਾਈਟ ਸਾਈਜ਼ ਦੇ ਟਾਇਰ ਨੂੰ ਲੱਗੇ ਹੋਇਆ। ਕਈ ਵਾਰੀ ਗੱਡੀਆਂ ਅੰਡਰ ਟਾਇਰ ਲੱਗਦੀਆਂ ਨੇ, ਬਟ ਦਿਸ ਕਾਰ ਡਸ ਨਾਟ। ਫਿਰ ਸਾਈਡ ਤੇ ਆਉਂਦੇ ਆ, ਜਿਹੜੀ ਇੱਕ ਚੀਜ਼ ਇਹਦੀ ਬਹੁਤ ਵਧੀਆ ਹੈ, BMW ਹਮੇਸ਼ਾ ਰਿਟੇਨ ਕਰਦਾ, ਜਿਹੜੀ ਜੇ ਤੁਸੀਂ ਇਹਨੂੰ ਇੱਥੋਂ ਦੇਖੋ ਕੁਆਟਰ ਮਤਲਬ ਰੀਅਰ ਕੁਆਟਰ ਤੋਂ ਦੇਖੋ, ਤੇ ਜਿਹੜਾ ਸਲੈਂਟਡ ਹੁੱਡ ਫੀਲਿੰਗ ਹੈਗੀ BMW ਦੀ, ਸਲੈਂਟਡ ਹੁੱਡ ਜਿਹੜੀ ਮਤਲਬ ਬਹੁਤ ਟਾਈਮ ਤੋਂ ਸਿੰਸ 2007 ਮਾਡਲ ਈਅਰ ਤੋਂ ਚੱਲਦੀ ਆ ਰਹੀ ਆ, ਉਹ ਲੁੱਕ ਇਹਨਾਂ ਨੇ ਰਿਟੇਨ ਕੀਤੀ ਹੈਗੀ। ਤੇ ਵਿਚ ਲੁਕਸ ਵੈਰੀ ਗੁੱਡ। ਲੌਂਗ ਬੋਨਟ ਐਂਡ ਸ਼ਾਰਟ ਟੇਲ, ਬਹੁਤ ਸੋਹਣੀ ਲੱਗਦੀ ਆ। ਨਾਓ ਵੀ ਕਮ ਟੂ ਦਾ rear of the car. So this is the rear look of the BMW 330i. ਪਿੱਛੇ ਵੀ LED tail lamps ਦਿੱਤੀਆਂ ਨੇ ਇਹਨਾਂ ਨੇ, ਐਂਡ ਸਮੋਕਡ ਨੇ ਦਿਸ ਟਾਈਮ। ਇਹਦੀਆਂ ਲਾਈਟਸ ਦਿੱਤੀਆਂ ਨੇ। ਥੱਲੇ ਤੁਹਾਨੂੰ ਡੂਅਲ ਐਗਜ਼ੌਸਟ ਮਿਲਦਾ ਆ, ਐਂਡ ਪਿੱਛੋਂ ਵੀ ਮਤਲਬ ਬਹੁਤ ਸੋਹਣੀ ਡਿਜ਼ਾਈਨ ਹੋਈ ਆ। ਇਟ ਫੀਲਸ ਵੀ ਹਾਂ 330i ਦੀ ਹੀ ਬੈਕ ਆ, ਐਂਡ ਵੀ ਇੱਕੋ ਹੀ ਟੀਮ ਨੇ ਤੇ ਗੱਡੀ ਤੇ ਕੰਮ ਕੀਤਾ। ਹੁੱਡ ਖੋਲਣ ਲਈ ਤੁਹਾਨੂੰ ਜਿਹੜੀ ਇਹ ਲੈਚ ਆ 2 ਵਾਰ ਖਿੱਚਣੀ ਪੈਂਦੀ ਹੈ, ਬਿਕੋਜ਼ ਇਟਸ ਅ BMW। ਸੋ ਇਟਸ ਡੂਅਲ ਲੈਚਡ। ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਮਤਲਬ ਕਈ ਗੱਡੀਆਂ ਤੁਹਾਨੂੰ ਇੱਥੇ ਹੱਥ ਪਾ ਖੋਲਣਾ ਪੈਂਦਾ ਨਾ, ਤੇ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਇਟਸ ਓਪਨ ਫॉर ਯੂ। ਸੋ ਦਿਸ ਇਜ਼ ਦਾ ਇੰਜਨ ਗਾਈਸ। ਆ ਇਹਨਾਂ ਨੇ ਕਾਫੀ ਟਾਈਮ ਬਾਅਦ ਜਿਹੜਾ ਪਹਿਲਾਂ ਇਨਲਾਈਨ 6 ਇੰਜਨਸ ਆਉਂਦੇ ਸੀਗੇ BMW ਦੇ, ਉਹਦਾ ਕਵਰ ਇਦਾਂ ਦਾ ਹੁੰਦਾ ਸੀ, ਪਰ ਉਹ ਲੋਹੇ ਦਾ ਹੁੰਦਾ ਸੀਗਾ, ਤਾਂ ਇਹਨਾਂ ਨੇ ਉਹ ਡਿਜ਼ਾਈਨ ਪਲਾਸਟਿਕ ਦੇ ਕਵਰ ਦੇ ਉੱਤੇ ਦਿੱਤਾ। ਹੁਣ ਇਟ ਲੁਕਸ ਬਿਊਟੀਫੁਲ। ਇਟ ਸੇਜ਼ ਟਵਿਨ ਪਾਵਰ ਟਰਬੋ। ਸੋ twin turbo 2 ਲੀਟਰ ਦਾ ਇੰਜਨ ਹੈ, which produces 255 horsepower, and packaging is very good. ਇੱਕ ਚੀਜ਼ ਹੈ ਗੱਡੀ ਬੜੀ ਯੂਨੀਕ ਆ, ਇੱਕ ਇਹਦੀ ਬੈਟਰੀ ਟਰੰਕ ਦੇ ਵਿੱਚ ਆ ਤੇ ਇੱਕ ਇਹਦੀ ਬੈਟਰੀ ਇੱਥੇ ਆ ਲਿਥੀਅਮ ਆਇਨ ਦੀ, ਐਂਡ ਇਟ ਹੈਜ਼ 2 ਬੈਟਰੀਜ਼। ਇੱਕ ਚੀਜ਼ ਬੜੀ ਸਪੈਸ਼ਲ ਆ ਹੁੱਡ ਦੇ ਅੰਡਰ, ਜਿਹੜਾ ਇੰਜਨ ਆ ਇਹਦਾ ਹਮੇਸ਼ਾ ਹੀ BMWs ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਫਰੰਟ ਐਕਸਲ ਤੋਂ ਪਿੱਛੇ ਇੰਜਨ ਹੁੰਦਾ ਆ, ਵੀ ਜਿਹੜੀ ਗੱਡੀ ਆ ਓਵਰਆਲ ਗੱਡੀ ਦੀ ਹੈਂਡਲਿੰਗ ਨੂੰ ਵਧੀਆ ਬਣਾਉਣ ਵਾਸਤੇ ਫਰੰਟ ਐਕਸਲ ਦੇ ਬਰਾਬਰ ਉਹਦੇ ਪਿੱਛੇ ਇੰਜਨ ਦਿੰਦੇ ਆ, which is amazing। ਤੇ ਜਿਹੜਾ ਦਾ ਇੰਜਨ ਆ ਉਹ ਲੌਂਜੀਟਿਊਡਨਲੀ ਮਾਊਂਟਡ ਹੈ,
and which means it's a rear wheel drive biased front wheel all wheel drive system. ਜਿਹੜੀ ਇਹਦੀ ਜ਼ਿਆਦਾਤਰ ਪਾਵਰ ਆ ਮੋਸਟਲੀ ਇਹ ਰੀਅਰ ਟਾਇਰਸ ਨੂੰ ਭੇਜਦਾ, ਬਟ ਵੈਨ ਇਟ ਡਿਟੈਕਟਸ ਅ ਸਲਿਪ ਜਿਹਦਾ ਐਕਸਟਰਾ ਸਿਸਟਮ ਆ ਫਿਰ ਇਹ ਫਰੰਟ ਟਾਇਰਸ ਨੂੰ ਪਾਵਰ ਦੇਣੀ ਸ਼ੁਰੂ ਕਰਦਾ ਹੈ। ਆਡੀਜ਼ ਦੇ ਵਿੱਚ ਜਾਂ ਕਈ ਗੱਡੀਆਂ ਦੇ ਵਿੱਚ ਡਿਫਰੈਂਟ ਆ, ਲਾਈਕ ਕਈ ਗੱਡੀਆਂ ਫਰੰਟ ਬਾਇਸਡ ਆਲ ਵੀਲ ਡਰਾਈਵ ਸਿਸਟਮ ਹੁੰਦਾ ਆ, ਜਿੱਦਾਂ ਐਕਰਾ ਹੋਈ, ਆਡੀ A3 ਹੋਈ ਹੈ ਨਾ, ਉਹਨਾਂ ਦੇ ਵਿੱਚ ਕੀ ਹੈਗੀ ਮੋਸਟਲੀ ਫਰੰਟ ਟਾਇਰਸ ਨੂੰ ਪਾਵਰ ਜਾਂਦੀ ਆ, ਪਰ ਜਦੋਂ ਸਲਿਪ ਡਿਟੈਕਟ ਹੁੰਦਾ ਤਾਂ ਗੱਡੀ ਪਿੱਛੇ ਪਾਵਰ ਭੇਜਦੀ ਆ। ਇਹਦਾ ਕੀ ਹੈ ਕਿ ਸਰ ਇਹਦਾ ਨੇਚਰ ਆ ਉਹ ਰੀਅਰ ਵੀਲ ਡਰਾਈਵ ਕਾਰ ਦਾ, ਸੋ ਇਹ ਜਦੋਂ ਆਪਾਂ ਮੋੜ ਦੇ ਰੇਸ ਥੋੜੀ ਜ਼ਿਆਦਾ ਦਿੰਦੇ ਆ ਤਾਂ ਇਹ ਆਪਦੀ ਟੇਲ ਆਊਟ ਕਰ ਜਾਂਦੀ ਹੈ। ਜਿਹੜੀਆਂ ਉਹ ਕਾਰਾਂ ਨੇ ਲਾਈਕ ਜਿਹੜੀਆਂ ਫਰੰਟ ਬਾਇਸ ਹੁੰਦੀਆਂ ਨੇ ਉਹ ਥੋੜਾ ਜਿਹਾ ਮਤਲਬ ਅੰਡਰ ਸਟੀਅਰ ਹੋ ਜਾਂਦੀਆਂ ਨੇ। ਸੋ ਜ਼ਿਆਦਾ ਡਿਟੇਲ 'ਚ ਨਾ ਜਾਂਦੇ ਹੋਏ ਇੰਜਨ ਦੀ ਥੋੜੀ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ, ਸੋ ਇਟਸ ਅ ਡਾਇਰੈਕਟ ਇੰਜੈਕਸ਼ਨ ਇੰਜਨ ਐਂਡ ਇਟ ਪ੍ਰੋਡਿਊਸਸ 255 ਹਾਰਸ ਪਾਵਰ। BMW ਦੀ 4 ਈਅਰ ਤੇ 80,000 ਕਿਲੋਮੀਟਰ ਦੀ ਵਾਰੰਟੀ ਦਿੰਦੀ ਹੈ। ਪਹਿਲਾਂ ਦੇ ਜਿਹੜੇ BMW ਦੇ ਇੰਜਨਸ ਆਏ ਸੀਗੇ ਬਹੁਤ ਜ਼ਿਆਦਾ ਨੋਇਜ਼ੀ ਸੀਗੇ, ਮਤਲਬ 328 ਦਾ ਮੈਂ ਆਪ ਫੀਲ ਕੀਤਾ ਹੈ, 320i ਦਾ ਵੀ ਇੰਨੀ ਨੋਇਸ ਕਰਦਾ ਸੀ ਉਹ 4 ਸਿਲੰਡਰ ਟਰਬੋ ਇੰਜਨ, ਮਤਲਬ ਉਹ ਇਦਾਂ ਲੱਗਦਾ ਸੀ ਉਹ ਖਰਾਬ ਨਹੀਂ ਸੀ ਹੁੰਦਾ, ਪਰ ਉਹਦਾ ਫੀਲ ਹੁੰਦੀ ਸੀ ਕਿ ਉਹ ਖਰਾਬ ਹੋ ਜਾਂ ਕੋਈ ਟੁੱਟਿਆ ਹੋਇਆ। ਬਟ ਦਿਸ ਟਾਈਮ ਅਰਾਊਂਡ ਇੰਜਨ ਬਹੁਤ ਸਾਇਲੈਂਟ ਆ ਐਂਡ ਦੇ ਹੈਵ ਡੈਫੀਨਿਟਲੀ ਗੇਮ ਉਹਨਾਂ ਨੇ ਇਸ ਇੰਜਨ ਦੀ ਬੜੀ ਅਪ ਕੀਤੀ ਆ। ਪਾਵਰ ਵਗੈਰਾ ਦੀ ਗੱਲ ਜਿਹੜੀ ਜਿੰਨੀ ਵੀ ਦੀ ਪਰਫਾਰਮੈਂਸ ਉਹ ਚਲਾਉਂਦੇ ਹੋਏ ਕਰਾਂਗੇ ਐਂਡ ਦੈਟਸ ਆਲ ਅਬਾਊਟ ਦ ਇੰਜਨ ਗਾਈਸ। ਬੜਾ ਹੀ ਸਾਇਲੈਂਟ ਇੰਜਨ ਆ, ਇਵਨ ਫੈਨ ਇਜ਼ ਔਨ ਤੇ ਫੈਨ ਦੀ ਵੀ ਆਵਾਜ਼ ਨਹੀਂ ਸੁਣਦੀ, ਵੈਰੀ ਸਾਇਲੈਂਟ। ਸਾਇਲੈਂਸ ਜਿਹੜੀ ਹੁੰਦੀ ਹੈ ਇੰਜਨ ਦੀ ਇੱਥੋਂ ਹੀ ਜੱਜ ਕਰੀ ਅੰਦਰ ਵੈਜ ਕਰੀ ਦੀ ਆ, ਬਟ ਇਟਸ ਕੁਆਇਟ ਗੁੱਡ। ਇਹਨਾਂ ਨੇ ਤਾਂ ਇਸ ਵਾਰੀ ਮੇਬੀ ਇਟਸ ਅ ਬੇਸ ਮਾਡਲ, ਪਰ ਜਿਹੜਾ ਇਹ ਇੰਜਨ ਦੇ ਵਿੱਚ ਇਨਸੂਲੇਸ਼ਨ ਕਵਰ ਹੁੰਦਾ ਉਹ ਆਪਸ਼ਨਲ ਹੁੰਦਾ ਆ, ਤੇ ਕਈ ਜਿਹੜੀਆਂ ਗੱਡੀਆਂ ਐਂਟਰਪ੍ਰਾਈਜ਼ ਤੋਂ ਰੈਂਟਲ ਹੁੰਦੀਆਂ ਨੇ ਉਹਨਾਂ 'ਚ ਨਹੀਂ ਹੁੰਦਾ। ਸੋ ਦਿਸ ਇਜ਼ ਅ ਪ੍ਰੀ ਰੈਂਟਲ ਕਾਰ, ਮਤਲਬ ਐਂਟਰਪ੍ਰਾਈਜ਼ ਤੋਂ ਆਈ ਹੈ। ਸੋ ਦਾ ਕਸਟਮਰ ਬੌਟ ਦਿਸ ਕਾਰ ਫਰਮ ਆਟੋ ਪਲੈਨਟ ਤੋਂ ਇਹ ਕਾਰ ਗਈ ਹੈ ਫॉर $40,000। ਸੋ ਮਤਲਬ ਕੁਆਇਟ ਅ ਗੁੱਡ ਡੀਲ। ਸਿਰਫ $40,000 ਦੇ ਵਿੱਚ ਜਿਹੜੀ ਗੱਡੀ $65,000 ਦੀ ਰੀਟੇਲ ਹੁੰਦੀ ਹੈ ਸੇਮ ਈਅਰ ਦੇ ਵਿੱਚ, ਜਦੋਂ ਆਪਣੇ ਕੋਲ ਯੂਜ਼ਡ ਕਾਰ ਡੀਲਰਸ਼ਿਪ 'ਚ ਆਉਂਦੀ ਆ, ਕੈਨੇਡਾ ਦੀ ਲਾਰਜੈਸਟ ਯੂਜ਼ਡ ਕਾਰ ਡੀਲਰਸ਼ਿਪ 'ਚ ਆਉਂਦੀ ਆ, ਤਾਂ 40,000 ਵੀ ਰਹਿ ਜਾਂਦੀ ਹੈ ਐਂਡ ਦਿਸ ਇਜ਼ ਵਾਟ ਯੂ ਗੈਟ ਇਨ 40,000। ਸੋ obviously this is the door panel of the car, ਜਿਹੜੇ ਸਾਰੇ ਮਟੀਰੀਅਲਸ ਆ ਐਵਰੀਥਿੰਗ ਇਜ਼ ਸੌਫਟ ਟੂ ਟੱਚ, ਤੇ ਇੱਥੋਂ ਤੱਕ ਇਹਦਾ ਸੌਫਟ ਟੂ ਟੱਚ ਹੈ। ਇਸ ਤੋਂ ਬਾਅਦ ਜਿਹੜੇ ਹਾਰਡ ਪਲਾਸਟਿਕ ਸਟਾਰਟ ਹੋ ਜਾਂਦੇ ਆ। 1 ਲੀਟਰ ਦੀ ਵਾਟਰ ਬੋਟਲ ਹੋਲਡਰ ਹੈ ਇਹਦੇ ਵਿੱਚ ਐਂਡ ਹੇਅਰਸ ਅ ਟਰੰਕ ਰਿਲੀਜ਼ ਦਾ ਵੀ ਪਾਵਰ ਵਿੰਡੋਜ਼ ਵਾਂਗੂ ਬਟਨ ਆ। ਆਲ ਦਾ ਪਾਵਰ ਵਿੰਡੋਜ਼ ਆਰ ਆਟੋ ਅਪ ਐਂਡ ਆਟੋ ਡਾਊਨ। ਮੈਮਰੀ ਸੀਟਸ ਮਿਲਦੀਆਂ ਨੇ, ਤੇ ਜਿਹੜਾ ਇਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਇਸ ਵਾਰੀ, ਇਹਨਾਂ ਨੇ ਜ਼ਿਆਦਾ ਰੰਗ ਨਹੀਂ ਦਿੱਤਾ ਇੰਟੀਰੀਅਰ ਦੇ ਵਿੱਚ, ਪਰ ਇਹ ਆ ਕਿ ਇਹਨਾਂ ਨੇ ਆ ਜਿਹੜੀ ਫਿਨਿਸ਼ ਦਿੱਤੀ ਹੈਗੀ ਸਿਲਵਰ ਫਿਨਿਸ਼, ਇਹ ਬੜੀ ਸੋਹਣੀ ਦਿੱਤੀ ਹੈ, ਤੇ ਆ ਜਿਹੜੀ ਇਹਨਾਂ ਦੀ ਫਿਨਿਸ਼ਿੰਗ ਆ ਬੜੀ ਸੋਹਣੀ ਹੈ। ਸੋ ਯੂ ਆਰ ਵੈਲਕਮਡ ਬਾਏ ਦ BMW ਡੋਰ ਗਾਰਨਿਸ਼ ਐਂਡ ਲੈਟਸ ਗੈਟ ਇਨਟੂ ਇਟ ਗਾਈਜ਼। ਸੋ ਜਿਹੜੇ ਸੀਟਸ ਦੇ ਕੰਟਰੋਲ ਆ ਬੜੇ ਹੀ ਵਧੀਆ ਨੇ ਐਂਡ ਸੋ ਆਈ ਐਮ 6'3", ਤੇ ਜੇ ਮੈਂ ਆਪਦੇ ਲਈ ਜਿਹੜੀ ਸੀਟ ਆ ਪੂਰੀ ਐਡਜਸਟ ਕਰਦਾ, ਮੇਰਾ ਸਿਰ ਉੱਪਰ ਨਹੀਂ ਲੱਗਦਾ ਡਿਸਪਾਈਟ ਇਟ ਹੈਜ਼ ਅ ਸਨਰੂਫ। ਫੋਰ ਐਗਜ਼ਾਮਪਲ ਕਈ ਜਿਹੜੀਆਂ ਫੁੱਲ ਸਾਈਜ਼ ਸੈਡਾਨਸ ਆ ਮੇਰਾ ਉਹ 'ਚ ਵੀ ਸਿਰ ਲੱਗ ਜਾਂਦਾ, ਜਿੱਦਾਂ ਕਿ ਚਾਰਜਰ ਸਨਰੂਫ ਵਾਲੀ ਉਹ 'ਚ ਮੇਰਾ ਸਿਰ ਲੱਗ ਜਾਂਦਾ, ਬਿਕੋਜ਼ ਜਿਹੜੀ ਇਹਨਾਂ ਦੀ ਸੀਟ ਆ ਇੰਨੀ ਲੋ ਨਹੀਂ ਜਾਂਦੀ। ਸੋ ਜਿਹੜੇ ਈਵਨ ਸੀਟ ਦੇ ਕੰਟਰੋਲਸ ਆ, ਈਵਨ ਬੀਇੰਗ ਇਟਸ ਵਨ ਆਫ ਦ ਬੇਸਿਕ ਮਾਡਲਸ, ਇਹਨਾਂ ਦੇ ਵਿੱਚ ਉੱਤੇ ਵੀ ਸਿਲਵਰ ਫਿਨਿਸ਼ ਆ। ਸੀਟ ਤੇ ਜਿਹੜੇ ਸਾਈਡ ਬੂਸਟਰਸ ਨੇ ਇਹ ਵਾਲੇ ਬਟਨ ਤੋਂ ਟਾਈਟ ਜਾਂ ਲੂਜ਼ ਹੁੰਦੇ ਆ, ਇਟ ਇਜ਼ ਵੈਰੀ ਯੂਨੀਕ, ਬਿਕੋਜ਼ ਜਦੋਂ ਤੁਸੀਂ ਕਾਰਨਰ ਕਰ ਰਹੇ ਹੋ ਗੱਡੀ 'ਚ ਜਾਂ ਤੁਸੀਂ ਇੱਧਰ ਉੱਧਰ ਜਾ ਰਹੇ ਹੋ ਨਾ, ਤਾਂ ਤੁਹਾਨੂੰ ਸੀਟ ਹੈ ਜਿਹੜੀ ਬੜੀ ਚੰਗੀ ਤਰ੍ਹਾਂ ਹੋਲਡ ਕਰਕੇ ਰੱਖਦੀ ਹੈ ਐਂਡ ਇਟਸ ਵੈਰੀ ਕੂਲ ਟੂ ਲੁੱਕ ਐਟ। ਦਿਸ ਇਜ਼ ਦ ਸਟੀਅਰਿੰਗ। ਸੋ ਜਿਹੜਾ ਸਟੀਅਰਿੰਗ ਕਾਲਮ ਹੈ ਗੱਡੀ ਦਾ ਉਹ ਹੈ ਮੈਨੂਅਲੀ ਐਡਜਸਟੇਬਲ ਫॉर ਰੇਕ ਐਂਡ ਰੀਚ ਐਂਡ ਸੋ ਦਿਸ ਇਜ਼ ਦ ਸਟੀਅਰਿੰਗ ਵੀਲ। ਇਸ ਮਾਡਲ ਈਅਰ ਦੇ ਵਿੱਚ ਬਿਲਕੁਲ ਬ੍ਰੈਂਡ ਨਿਊ ਸਟੀਅਰਿੰਗ ਵੀਲ ਦਿੱਤਾ ਇਹਨਾਂ ਨੇ। ਹੇਅਰ ਆਰ ਆਲ ਦ ਕੰਟਰੋਲ। ਸੋ BMW ਨੇ ਇਸ ਵਾਰੀ ਕੋਸ਼ਿਸ਼ ਕੀਤੀ ਹੈ ਬੰਦੇ ਨੂੰ ਇੱਧਰ ਹੀ ਸਾਈਡ ਜਾਣ ਦੀ ਜ਼ਿਆਦਾ ਜ਼ਰੂਰਤ ਹੀ ਨਾ ਪਵੇ, ਐਵਰੀਥਿੰਗ ਜਿਹੜਾ ਕੁਝ ਵੀ ਇੱਥੇ ਹੀ ਕੰਟਰੋਲ ਹੋ ਜੇ। ਇੱਕ ਚੀਜ਼ ਇਹ ਗੱਡੀ ਮਿਸ ਕਰਦੀ ਆ ਵਿਚ ਇਜ਼ ਪੈਡਲ ਸ਼ਿਫਟਰਸ, ਪਰ ਚਲੋ ਕੋਈ ਗੱਲ ਨਹੀਂ। ਆਟੋਮੈਟਿਕ ਹੈਡਲੈਂਪਸ ਮਿਲਦੀਆਂ, ਆਟੋਮੈਟਿਕ ਵਾਈਪਰਸ ਮਿਲਦੇ ਆ ਗੱਡੀ 'ਚ ਐਂਡ ਦਿਸ ਇਜ਼ ਦ ਡਿਸਪਲੇ, ਦਿਸ ਇਜ਼ ਦ ਪਾਰਟੀ ਪੀਸ। ਇਹ ਜਿਹੜੀ ਡਿਸਪਲੇ ਆ ਇਹਦੇ 'ਚ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਆ। ਹੇਅਰਸ ਦਾ ਸਪੀਡ, ਫਿਊਲ ਗੇਜ ਐਂਡ ਰੇਂਜ, ਟਾਈਮ, ਵਿੱਚ ਇਹਦੇ ਵਿੱਚ ਨੈਵੀਗੇਸ਼ਨ ਸਿਸਟਮ ਇਹਨਾਂ ਨੇ ਇੰਟੀਗ੍ਰੇਟ ਕੀਤਾ। ਹੁਣ ਕਈਆਂ ਨੂੰ ਆ ਜਿਹੜਾ ਐਂਗੂਲਰ ਜਾਂ ਡਿਜ਼ਾਈਨ ਪਸੰਦ ਆਇਆ ਜਾਂ ਨਹੀਂ ਆਇਆ ਹਨਾ, ਬਟ ਇਟ ਡੈਫੀਨਿਟਲੀ ਲੁਕਸ ਮਾਡਰਨ ਤੇ ਵਧੀਆ ਲੱਗਦਾ ਆ। ਆਡੀ ਨੇ ਇਹਦੇ ਵਿੱਚ ਸਭ ਤੋਂ ਵਧੀਆ ਕੰਮ ਕੀਤਾ, ਜਿਹੜੀ ਆਡੀ ਡਿਸਪਲੇ ਉਹ ਸਭ ਤੋਂ ਕ੍ਰਿਸਪ ਹੈ ਸੈਗਮੈਂਟ ਦੇ ਵਿੱਚ, ਬਟ ਦਿਸ ਇਜ਼ ਨਾਟ ਅ ਸਲਾਊਚ ਫੀਚਰ। ਇਹ ਵੀ ਬਹੁਤ ਸੋਹਣੀ ਹੈ ਐਂਡ ਸੋ ਮੈਂ ਜੇ ਇਕੋ ਮੋਡ 'ਚ ਜਾਂਦਾ ਆ ਤਾਂ ਮੈਨੂੰ ਇੱਧਰ ਫਿਊਲ ਐਫੀਸ਼ੀਐਂਸੀ ਦਾ ਜਿਹੜਾ ਆਪਣੇ ਮੀਟਰ ਆ ਜਾਂਦਾ ਆ ਐਂਡ ਦੈਨ ਹੇਅਰਸ ਦਾ ਸਪੀਡ ਮੀਟਰ ਸੇਮ ਹੀ ਆ। ਹੇਅਰਸ ਦਾ ਸਪੋਰਟ ਮੋਡ, ਤੇ ਸਪੋਰਟ ਤੇ ਨਾਰਮਲ ਮੋਡ ਦੀ ਲੁੱਕ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ, but it definitely looks way cooler than a simple analogical instrument cluster and so steering wheel ਦਾ heated steering wheel ਦਾ ਬਟਨ ਇਹਨਾਂ ਨੇ ਇੱਥੇ ਬੜਾ ਸੋਹਣਾ ਪਲੇਸ ਕੀਤਾ ਹੋਇਆ and it says steering wheel heating activated
ਬਹੁਤ ਹੀ ਮਤਲਬ ਡਰਾਈਵਰ ਫੋਕਸਡ ਇਹਨਾਂ ਨੇ ਰੱਖਿਆ, ਹਮੇਸ਼ਾ ਤੋਂ ਹੀ ਰਿਹਾ, ਤੇ ਇਸ ਵਾਰੀ ਵੀ ਇਹਨਾਂ ਨੇ ਉਹੀ ਚੀਜ਼ ਅੱਗੇ ਲੈ ਕੇ ਆਇਆ। ਸੋ ਹੁਣ ਮੈਂ ਇਹਦੀ ਪਿਛਲੀ ਸੀਟ ਦੇ ਵਿੱਚ ਬੈਠਾ ਜੀ, ਤੇ ਅਬਾਊਟ ਜਿਹੜੀ ਅਗਲੀ ਸੀਟ ਆ I'm 6'3 ਵਿਦ ਟਰਬੋ, ਮੇਰੀ ਥੋੜੀ ਹਾਈਟ ਹੋਰ ਹੋ ਜਾਂਦੀ ਹੈ, ਤੇ ਅਗਲੀ ਸੀਟ ਮੈਂ ਆਪਦੇ ਹਿਸਾਬ ਨਾਲ ਐਡਜਸਟ ਕੀਤੀ ਹੋਈ ਆ, ਰਿਕਲਾਈਨ ਤੇ ਸਾਰਾ ਕੁਝ। ਸੋ ਇੱਥੇ ਮੈਂ 1.5 ਇੰਚ ਦੀ ਨੀ ਰੂਮ ਆ, ਹੈਡ ਰੂਮ ਮੇਰੇ ਕੋਲ ਨਹੀਂ ਹੈ, ਹੈਡ ਰੂਮ ਤੋਂ ਮੈਂ ਸ਼ਾਰਟ ਆ, ਸ਼ੋਲਡਰ ਰੂਮ ਬਹੁਤ ਆ, ਤੇ ਅੰਡਰ ਸਾਈਜ਼ ਸਪੋਰਟ ਵੀ ਚੰਗੀ ਆ ਇਹਦੇ ਵਿੱਚ। ਸੈਂਟਰ ਆਰਮਰੈਸਟ ਜਿਹੜੀ ਉਹ ਇਹਦੀ ਇੱਥੇ ਆ, ਐਂਡ ਇਹਦੇ ਵਿੱਚ ਸਾਨੂੰ 2 ਕੱਪ ਹੋਲਡਰ ਮਿਲਦੇ ਆ ਵਿਚ ਹੈਵ देयर ਲਿਡਸ ਔਨ। ਪਿੱਛੇ ਤੁਹਾਨੂੰ ਜਿਹੜਾ ਕਲਾਈਮੈਟਿਕ ਕੰਟਰੋਲਸ ਡੂਅਲ ਜ਼ੋਨ ਟ੍ਰਿਪਲ ਜ਼ੋਨ ਕਲਾਈਮੈਟਿਕ ਕੰਟਰੋਲ ਮਿਲਦੇ ਆ ਇਹਦੇ ਤੁਹਾਨੂੰ, ਈਵਨ ਇਨ ਦਿਸ ਬੇਸਿਕ ਫਾਰਮ। ਟਾਈਪ C USB ਚਾਰਜਸ ਮਿਲਦੇ ਆ, ਐਂਡ ਵਿਚ ਇਜ਼ ਵੈਰੀ ਕੂਲ, ਐਂਡ ਤੇ ਤੁਹਾਨੂੰ ਪਿੱਛੇ ਆਪਦੇ ਇੰਡੀਵਿਜੂਅਲ AC ਕੰਟਰੋਲਸ ਮਿਲਦੇ ਆ। ਅਨਫੋਰਚੂਨੇਟਲੀ देयर इज नो ਹੀਟਡ ਸੀਟਸ, ਬਟ ਤੁਹਾਨੂੰ ਆਪਦੇ ਇੰਡੀਵਿਜੂਅਲੀ ਕੰਟਰੋਲਸ ਮਿਲ ਰਹੇ ਆ, ਦੈਟਸ ਓਕੇ ਫॉर ਦਿਸ ਮਾਡਲ। ਐਂਡ ਓਵਰਆਲ ਪਿੱਛੇ ਵੀ ਤੁਹਾਨੂੰ ਜਿਹੜੇ ਡੋਮ ਲਾਈਟਸ ਨੇ LED ਮਿਲਦੀਆਂ ਨੇ, ਐਂਡ ਪੈਸੇਂਜਰ ਦੇ ਐਕਸਪੀਰੀਅੰਸ ਤੋਂ ਜਿੱਥੇ ਪਹਿਲਾਂ ਗੱਡੀ ਲੈਕ ਕਰਦੀ ਸੀ, ਇਹਨਾਂ ਨੇ ਉਹ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਐਡਰੈਸ ਕੀਤਾ, ਐਂਡ ਦੇ ਆਰ ਵੈਰੀ ਸਕਸੈਸਫੁਲ ਐਟ ਇਟ। ਸੋ ਲੈਟ ਮੀ ਸ਼ੋ ਯੂ ਦਾ ਬੂਟ ਗਾਈਜ਼। ਆ ਗੱਡੀ ਦਾ ਬੂਟ ਹੈ ਜੀ, ਐਂਡ ਇਟ ਟੇਕਸ ਅਪ ਟੂ 3 ਮੀਡੀਅਮ ਸਾਈਜ਼ ਸੂਟਕੇਸਿਸ, ਤੇ ਜਿਹੜੀ ਲਿਡ ਆ ਥੋੜੀ ਜਿਹੀ ਹਾਈ ਆ। ਸੋ ਗ੍ਰਾਫਿਕਸ ਦਾ ਇਹਨਾਂ ਨੇ ਇਸ ਵਾਰੀ ਬਹੁਤ ਸੋਹਣਾ ਖਿਆਲ ਰੱਖਿਆ ਹਰ ਚੀਜ਼ ਦੇ ਵਿੱਚ। ਲਾਈਕ ਤੁਸੀਂ ਡੋਰ ਓਪਨ ਕਰਦੇ ਹੋ, ਤੁਹਾਨੂੰ ਡੋਰ ਪੂਰੀ ਕਾਰ ਆਉਂਦੀ ਹੈ 3D ਦੇ ਵਿੱਚ, ਐਂਡ ਤੁਹਾਡਾ ਡੋਰ ਓਪਨ ਸ਼ੋ ਕਰਦੀ ਹੈ, ਹੁੱਡ ਓਪਨ ਆ, ਆਪਣੇ ਬੂਟ ਓਪਨ ਆ, ਸਾਰਾ ਕੁਝ ਨੇ ਇਦਾਂ ਹੀ ਦਿਖਾਈ ਜਾਣਾ। ਐਂਡ ਹੁਣ ਆਪਾਂ ਆਉਂਦੇ ਸੈਂਟਰ ਕੰਸੋਲ ਦੇ ਵੱਲ। ਸੋ ਇਸ ਗੱਡੀ ਦੇ ਵਿੱਚ ਪਹਿਲੀ ਗੱਲ ਤਾਂ ਤੁਹਾਨੂੰ ਸੈਂਟਰ ਸਪੀਕਰ ਮਿਲਦਾ ਹੈ, ਟਵੀਟਰ ਮਿਲਦੇ ਆ ਸਾਈਡਾਂ ਤੇ, ਐਂਡ 2 ਸਪੀਕਰ ਅੱਗੇ ਤੇ ਪਿੱਛੇ। ਸੋ ਜਿਹੜਾ ਸਪੀਕਰ ਸਿਸਟਮ ਆ ਇਟਸ ਨਾਟ ਐਨੀ ਬ੍ਰਾਂਡਡ, ਸੋ BMW ਵੱਲ ਆਇਆ, ਇਟਸ ਨਾਟ ਲਾਈਕ ਐਨੀ ਕੋਈ ਹਰਮਨ ਕਾਰਡ ਜਾਂ ਕੁਛ ਆ, ਉਹ ਇਹਦੇ ਉੱਪਰਲੇ ਮਾਡਲਸ ਚਾਹੁੰਦਾ, ਪਰ ਸਪੀਕਰ ਸਿਸਟਮ ਜਿਹੜਾ ਹੈਗਾ ਸਾਊਂਡ ਸਿਸਟਮ ਆ ਇਟਸ ਵੈਰੀ ਗੁੱਡ ਇਨ ਟਰਮਸ ਆਫ ਕੁਆਲਿਟੀ। ਅਬਵ ਐਵਰੇਜ ਕਹਿ ਸਕਦੇ ਹਾਂ, ਇਟਸ ਨਾਟ ਵੈਰੀ ਹਾਈ ਕੁਆਲਿਟੀ, ਅਬਵ ਐਵਰੇਜ ਆ, ਇਟਸ ਵੈਰੀ ਗੁੱਡ। ਸੋ ਹੁਣ ਆ ਜਿਹੜੀ ਟੱਚ ਸਕਰੀਨ ਇਹਨਾਂ ਨੇ ਇਸ ਵਾਰੀ ਜਿਹੜਾ ਸਭ ਤੋਂ ਇਹਨਾਂ ਨੇ ਵਧੀਆ ਕੰਮ ਕੀਤਾ ਉਹ ਇਹਦੇ ਕੈਮਰੇ ਦਾ ਰੈਜ਼ੋਲੂਸ਼ਨ ਆ। ਸੋ ਵੈਨ ਯੂ ਪੁੱਟ ਇਟ ਇਨਟੂ ਦਾ ਰਿਵਰਸ, ਸਭ ਤੋਂ ਪਹਿਲਾਂ ਤੁਹਾਨੂੰ ਫਰੰਟ ਐਂਡ ਰੀਅਰ ਪਾਰਕਿੰਗ ਕੈਮਰਾਸ ਮਿਲਦੇ ਆ। ਸਕਰੀਨ ਦੀ ਜਿਹੜੀ ਆਪਣੇ ਫਲੂਇਡਿਟੀ ਆ ਬਹੁਤ ਵਧੀਆ ਆ। ਦਾ ਕੈਮਰਾ ਹੈਜ਼ HDR ਹਾਈ ਡਾਇਨਾਮਿਕ ਰੇਂਜ, ਸੋ ਕੋਈ ਵੀ ਬਲੈਕ ਸਪੌਟ ਨਹੀਂ ਹੈਗਾ ਇਹਦੇ ਵਿੱਚ, ਪੂਰਾ ਵਾਈਡ ਆ, ਐਂਡ ਈਵਨ ਤੁਹਾਨੂੰ ਜਿਹੜੀਆਂ ਡਾਇਨਾਮਿਕ ਗਾਈਡਲਾਈਨਸ ਆ ਉਹ ਵੀ ਮਿਲਦੀਆਂ ਨੇ, ਹਰ ਗੱਡੀ 'ਚ ਮਿਲਦੀਆਂ ਨੇ, ਬਟ ਦਾ ਵੇ BMW ਨੇ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਉਹ ਬਹੁਤ ਵਧੀਆ ਢੰਗ ਨਾਲ ਕੀਤਾ। ਸੋ ਲੈਟਸ ਗੋ ਬੈਕ, ਇਹਨੂੰ ਪਾਰਕ ਦੇ ਵਿੱਚ ਲੈਟਸ ਗੋ ਬੈਕ, ਇਹਨੂੰ ਪਾਰਕ ਦੇ ਵਿੱਚ ਪਾਉਂਦੇ ਆ। ਹੇਅਰਸ ਯੂਰ ਮੀਡੀਆ, ਐਂਡ ਸੋ ਇਹਨਾਂ ਨੇ ਜਿਹੜੀ ਦੂਜੀ ਚੀਜ਼ ਵਧੀਆ ਕੀਤੀ ਹੈ, ਇੱਥੇ ਜਿਹੜਾ ਤੁਹਾਨੂੰ ਆਪਣੇ ਜਿਹੜਾ ਆਈ ਡਰਾਈਵ ਦੇ ਜਿਹੜੀ ਨੌਬ ਉਹ ਇੱਥੇ ਮਿਲਦੀ ਹੈ, ਤੇ ਦੂਜੀ ਸਾਈਡ ਪਹਿਲਾਂ ਟੱਚ ਨਹੀਂ ਸੀ ਹੁੰਦੀ, ਹੁਣ ਇਹ ਟੱਚ ਕਰਤੀ ਇਹਨਾਂ ਨੇ। ਐਂਡ ਕਾਰ ਦੇ ਰਿਗਾਰਡਿੰਗ ਇਹਦੇ ਵਿੱਚ ਬਹੁਤ ਫੀਚਰ ਆ। ਸੋ ਹੇਅਰਸ ਦਾ ਡਰਾਈਵਿੰਗ ਇਨਫੋਰਮੇਸ਼ਨ, ਐਨਰਜੀ ਦਾ ਫਲੋ, ਸੋ ਇੰਜਨ ਦੀ ਐਨਰਜੀ, ਇੰਜਨ ਰਨਿੰਗ ਹੈ ਜੀ। ਹੇਅਰਸ ਪਿੱਛੇ ਆਪਣੇ ਗੇਅਰ ਬਾਕਸ ਆ ਜਾਂਦਾ, ਪਿੱਛੇ ਫਿਰ ਟਰਾਂਸਫਰ ਕੇਸ ਆ ਜਾਂਦਾ, ਐਵਰੀਥਿੰਗ, ਮਤਲਬ ਹਰ ਚੀਜ਼ ਨੂੰ ਇਹਨਾਂ ਨੇ ਬਹੁਤ, ਮਤਲਬ ਇਹ ਚੀਜ਼ਾਂ ਲਾਈਕ ਐਂਥੂਸੀਆਸਟਿਕ ਲਈ ਬਹੁਤ ਮੈਟਰ ਕਰਦੀਆਂ ਨੇ, ਤੇ ਹਰ ਚੀਜ਼ ਦਾ ਇਹਦਾ ਪਤਾ ਚੱਲਦਾ। ਤੇ ਜਿਹੜਾ ਸਟਾਰਟ ਸਟਾਪ ਸਿਸਟਮ ਉਹਦੀ ਬੈਟਰੀ ਆ ਉਹ ਦਿਖਾਈ ਹੋਈ ਹੈ ਇਹਨਾਂ ਨੇ। ਹੇਅਰਸ ਦਾ ਬੈਸਟ ਪਾਰਟ, ਸਪੋਰਟ ਡਿਸਪਲੇਸ। ਸੋ ਸਪੋਰਟ ਡਿਸਪਲੇਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਆਪਣੇ ਗੱਡੀ ਦਾ ਬੂਸਟ, ਵੀ ਕਿੰਨਾ ਬੂਸਟ ਪ੍ਰੋਡਿਊਸ ਕਰਦੀ ਆ। ਹਾਰਸ ਪਾਵਰ ਇੱਧਰ ਆ ਗਈ ਆ, ਵਿਚ ਗੋਜ਼ ਅਪ ਟੂ 320 ਐਂਡ 400 Nm ਟਾਰਕ ਆ। ਇੱਧਰ ਇਹਦਾ ਇੰਜਨ ਆਇਲ ਦਾ ਟੈਂਪਰੇਚਰ, ਐਂਡ ਹੇਅਰਸ ਦਾ ਟਰਬੋ ਬੂਸਟ, ਤੇ ਇੱਧਰ ਜਿਹੜੀ ਐਕਸਲਰੇਸ਼ਨ ਦੇ G ਫੋਰਸਿਸ ਨੇ ਉਹ ਸਭ ਚੀਜ਼ਾਂ। ਤਾਂ ਮਤਲਬ ਜੇ ਤੁਸੀਂ ਟਰੈਕ ਡੇ ਤੇ ਕਰਨਾ ਵੀ ਹੈ, ਇੱਕ ਅੱਧਾ ਦਿਨ ਲਾਉਣਾ ਵੀ ਹੈ, ਤਾਂ ਇਹ ਗੱਡੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਉਹਤੇ ਦਊਗੀ। ਦੂਜੀ ਆਪਣੇ ਹੇਅਰਸ ਡੋਜ ਦੀਆਂ ਗੱਡੀਆਂ 'ਚ ਵੀ ਇਹ ਚੀਜ਼ ਹੁੰਦੀ ਆ, ਤੇ ਇਹਦੇ 'ਚ ਵੀ ਹੈਗੀ ਆ। ਸੋ ਹੇਅਰਸ ਦਾ ਟ੍ਰਿਪ ਮੀਟਰ, ਕਿੰਨੀ ਤੁਹਾਡੀ ਮਾਈਲੇਜ ਆ ਰਹੀ ਹੈ ਨਿਕਲ ਕੇ, ਸਾਰਾ ਕੁਝ ਨਾ। ਹੁਣ ਅਸੀਂ ਗੱਡੀ ਥੋੜੀ ਤੇਜ਼ ਲੈ ਕੇ ਆ ਰਹੇ ਸੀ, ਸੋ ਇਹ ਅਰਾਊਂਡ 10 ਕਿਲੋਮੀਟਰ ਪਰ ਲੀਟਰ ਦੀ ਫਿਊਲ ਐਫੀਸ਼ੀਐਂਸੀ ਰਿਟਰਨ ਕਰ ਰਹੀ ਹੈ। ਬਟ ਮਾਈਂਡ ਯੂ, ਜੇ ਗੱਡੀ ਦਾ ਗੈਸ ਟੈਂਕ ਫੁੱਲ ਹੋਵੇ, ਤੁਸੀਂ ਹਾਈਵੇ ਤੇ ਜਾ ਰਹੇ ਹੋ, ਤਾਂ ਜਿਹੜਾ ਓਨਰ ਆ ਉਹ ਕਲੇਮ ਕਰਦਾ ਵੀ ਉਹ 1000 ਕਿਲੋਮੀਟਰ ਤੱਕ ਦੀ ਰੇਂਜ ਲੈ ਜਾਂਦਾ ਇੱਕ ਟੈਂਕ ਦੇ ਵਿੱਚੋਂ, ਵਿਚ ਇਜ਼ ਗ੍ਰੇਟ, ਵਿਚ ਸ਼ੋਜ਼ ਕਿ ਇਹ ਗੱਡੀ ਦੀ ਫਿਊਲ ਐਫੀਸ਼ੀਐਂਸੀ ਬਹੁਤ ਗੁੱਡ ਆ। ਪਾਵਰਫੁਲ ਤਾਂ ਗੱਡੀ ਹੈਗੀ ਆ, ਪਰ ਨਾਲ ਨਾਲ ਇਹਦੀ ਫਿਊਲ ਐਫੀਸ਼ੀਐਂਸੀ ਬਹੁਤ ਗੁੱਡ ਆ। ਨਾ 89 ਇਹਦੀ ਮਿਨੀਮਮ ਗੈਸ ਦੀ ਰਿਕੁਆਇਰਮੈਂਟ ਆ, 89 ਦੀ ਇਹ ਗੈਸ ਲੈਂਦੀ ਆ, ਪਰ ਜੇ ਤੁਸੀਂ 91 ਚਲਾਉਂਦੇ ਆ, 89 ਚਲਾਉਂਦੇ ਹੋ, ਬਹੁਤ ਸੋਹਣੀ ਜਿਹੜੀ ਤੁਹਾਨੂੰ ਪਰਫਾਰਮੈਂਸ ਇਹ ਗੱਡੀ ਦਿੰਦੀ ਹੈ। ਸੋ ਹੇਅਰਸ ਦਾ ਵਹੀਕਲ ਸਟੇਟਸ, ਟਾਇਰ ਪ੍ਰੈਸ਼ਰ, ਇੰਜਨ ਆਇਲ, ਇਹ ਸਾਰੀਆਂ ਪਹਿਲਾਂ ਵੀ ਸੀਗੀਆਂ, ਬਟ ਨਾਓ ਜਿਸ ਤਰ੍ਹਾਂ ਇਹ ਗ੍ਰਾਫਿਕਸ ਇਹਨਾਂ ਨੇ ਦਿੱਤੇ ਆ ਬਹੁਤ ਕੂਲ ਦਿੱਤੇ ਆ, ਬਹੁਤ ਹੀ ਜੈਨੂਇਨ ਲੱਗਦੇ ਆ ਤੇ ਬਹੁਤ ਸੋਹਣੇ ਲੱਗਦੇ ਆ। ਇਹਦਾ ਨੈਵੀਗੇਸ਼ਨ ਸਿਸਟਮ ਆ ਜੀ ਬਹੁਤ ਗੁੱਡ ਆ। ਕੋਈ ਮਤਲਬ ਜਿਹੜਾ ਆਈ ਡਰਾਈਵ ਸਿਸਟਮ ਆ ਦਿਸ ਟਾਈਮ ਅਰਾਊਂਡ ਕੋਈ ਕੰਪਲੇਂਟ ਕਰਨ ਵਾਲੀ ਜੀ ਗੱਲ ਹੀ ਨਹੀਂ ਹੈਗੀ, ਸਭ ਕੁਝ ਇਹਨਾਂ ਨੇ ਸਪੌਟ ਔਨ ਦਿੱਤਾ। ਇੱਕ ਜਿਹੜੀ ਇਹਨਾਂ ਨੇ ਚੀਜ਼ ਹੋਰ ਬਹੁਤ ਵਧੀਆ ਕੀਤੀ ਆ, ਹਰ ਅੱਜ ਕੱਲ੍ਹ ਗੱਡੀਆਂ 'ਚ ਦੇਖਣ ਨੂੰ ਮਿਲਦਾ ਵੀ ਜਿਹੜਾ ਆਪਾਂ ਨੂੰ ਕਲਾਈਮੈਟਿਕ ਕੰਟਰੋਲਸ ਤੇ ਜਿਹੜੇ ਵੈਂਟ ਦੇ ਕੰਟਰੋਲ ਕਲਾਈਮੈਟਿਕ ਕੰਟਰੋਲ ਦਾ ਉਹ ਵੀ ਟੱਚ ਸਕਰੀਨ ਦੇ ਵਿੱਚ ਹੀ ਆ, ਜਿਹੜੇ ਹਨ ਉਹ ਕੀਤੇ ਹੋਏ ਆ, ਇੰਟੀਗ੍ਰੇਟ ਕੀਤੇ ਹੋਏ ਆ।
ਬਟ ਇਹਨਾਂ ਦੀ ਡਿਸਪਲੇ ਬਿਲਕੁਲ ਅੱਡ ਰੱਖੀ ਆ। ਐਂਡ ਹੇਅਰ ਆਰ ਦ ਬਟਨ ਥੋੜੇ ਛੋਟੇ ਆ, ਯੂ ਨੀਡ ਟੂ ਗੈਟ ਟੂ ਯੂਜ਼ ਟੂ, ਬਟ ਵਰਕਸ ਫਾਈਨ। ਹੇਅਰ ਆਰ ਦ ਹੀਟਡ ਸੀਟਸ ਐਂਡ ਆਟੋ AC। ਸੋ ਇੰਨੇ ਦੇ ਵਿੱਚ ਹੀ ਸਾਰਾ ਕਲਾਈਮੈਟਿਕ ਕੰਟਰੋਲ ਖਤਮ ਹੋ ਜਾਂਦਾ, ਤੇ ਉਦੋਂ ਬਾਅਦ ਥੱਲੇ ਆਡੀਓ ਕੰਟਰੋਲ ਦੇ ਬਟਨ ਆ ਜਾਂਦੇ ਆ। ਜਿਹੜੀ ਇਹਦੀ ਵੋਲਿਊਮ ਨੋਬ ਆ ਬਹੁਤ ਚੰਗੀ ਕੁਆਲਿਟੀ ਦੀ ਆ, ਬਹੁਤ ਵਧੀਆ ਇਹਨਾਂ ਨੇ ਲੇਡ ਆਊਟ ਕੀਤਾ। ਈਵਨ ਇਫ ਯੂ ਆਰ ਨਿਊ ਡਰਾਈਵਰ, ਤੁਹਾਨੂੰ ਸਾਰਾ ਕੁਝ ਬੜਾ ਫੈਮੀਲੀਅਰ ਲੱਗੂਗਾ, ਐਂਡ ਵਿਚ ਇਜ਼ ਵੈਰੀ ਯੂਨੀਕ ਅਬਾਊਟ ਦਿਸ BMW। ਸੋ ਜਿਹੜੀ ਆ ਲਿਡ ਕਲੋਜ਼ ਹੋ ਜਾਂਦੀ ਹੈ ਇੱਥੋਂ, ਐਂਡ ਪੂਰੀ ਕੰਪਲੀਟ ਲੁੱਕ ਆਉਂਦੀ ਆ। ਇੱਧਰ ਵੀ ਜਿਹੜੀ ਡਰਾਈਵਰ ਦੀ ਆਰਮ ਰੈਸਟ ਆ, ਰਾਈਟ ਤੇ ਲੈਫਟ ਪੂਰੀਆਂ ਕੰਫਰਟੇਬਲ ਆ। ਇੱਥੇ ਤੁਹਾਨੂੰ 2 ਕੱਪ ਹੋਲਡਰ ਮਿਲ ਜਾਂਦੇ ਆ, ਐਂਡ ਇਹਦੇ ਚ ਜਿਹੜਾ ਵਾਇਰਲੈਸ ਐਪਲ ਕਾਰਪਲੇ ਮਿਲਦਾ। ਅਨਫੋਰਚੂਨੇਟਲੀ ਇਹ 'ਚ ਤੁਹਾਨੂੰ ਐਂਡਰੋਇਡ ਆਟੋ ਨਹੀਂ ਮਿਲਦਾ, ਪਰ ਵਾਇਰਲੈਸ ਐਪਲ ਕਾਰਪਲੇ ਮਿਲਦਾ। ਮੋਸਟਲੀ ਲੋਕ ਐਪਲ ਯੂਜ਼ ਕਰਦੇ ਆ, ਸੋ ਇਟਸ ਓਕੇ ਫॉर them। ਆ ਇਹਦੇ ਇੰਟੈਲੀਜੈਂਟ ਮੋਡਸ ਆ ਹਨਾ ਗੱਡੀ ਦੇ, ਜਿਸ ਤਰ੍ਹਾਂ ਲੇਨ ਕੀਪ ਸਿਸਟਮ। ਤੁਸੀਂ ਇਹਦੇ ਉੱਪਰਲੇ ਮਾਡਲ ਲਈ ਆਪਟ ਕਰਦੇ ਹੋ, ਤੁਹਾਨੂੰ ਅਡੈਪਟਿਵ ਕਰੂਜ਼ ਸਿਸਟਮ ਵੀ ਮਿਲਦਾ। ਸੇਫਟੀ ਫੀਚਰਸ ਵੀ ਸਾਰੇ ਹੈਗੇ ਗੱਡੀ ਦੇ ਵਿੱਚ, ਐਮਰਜੈਂਸੀ ਬ੍ਰੇਕ ਅਸਿਸਟ, ਐਵਰੀਥਿੰਗ ਤੁਹਾਨੂੰ ਮਿਲਦਾ। ਬਲਾਈਂਡ ਸਪੌਟ ਸਿਸਟਮ ਮਿਲਦਾ ਆ। 에ਅਰ ਬੈਗ, ਆਈ ਡੋਂਟ ਨੋ ਦਾ ਨੰਬਰ ਆਫ 에ਅਰ ਬੈਗਸ, ਬਟ ਗੱਡੀ ਦੀ ਜਿਹੜੀ ਸੇਫਟੀ ਰੇਟਿੰਗ ਆ ਉਹ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਕਰ ਦੂੰਗਾ। ਬਟ ਇਟ ਇਜ਼ ਜਿਹੜਾ ਇਹਦਾ ORVM ਸਿਸਟਮ ਆ, ਇਹ ਜਿਹੜਾ ਆ ਇਹ ਡੇ ਐਂਡ ਨਾਈਟ ਆਟੋਮੈਟਿਕ ਆ, ਤੇ ਫਰੇਮਲੈਸ ਦਿੱਤਾ, ਵਿਚ ਲੁਕਸ ਵੈਰੀ ਕੂਲ। ਉਦੋਂ ਵੀ ਜਿਹੜੀ ਕੂਲ ਚੀਜ਼ ਆ ਤੁਹਾਨੂੰ ਜਿਹੜੀ ਦਿਖਾਉਣਾ ਹੈ, ਇਹਦੀਆਂ ਲਾਈਟਸ। ਲੁੱਕ ਐਟ ਦਾ ਲਾਈਟਸ, ਵੈਰੀ ਬਿਊਟੀਫੁਲ, ਬਹੁਤ ਸੋਹਣੀਆਂ ਲੱਗਦੀਆਂ ਨੇ। ਸੀਟਸ ਦੇ ਵਿੱਚ ਜਿਹੜੀ ਇੱਕ ਹੋਰ ਜਿਹੜੀ ਮੈਂ ਐਡਜਸਟਮੈਂਟ ਦੱਸਣੀ ਭੁੱਲ ਗਿਆ, ਜਿਹੜੀ ਤੁਹਾਨੂੰ ਥਾਈ ਸਪੋਰਟ ਆ ਉਹ ਵੀ ਤੁਹਾਨੂੰ ਐਕਸਟੈਂਡਡ ਮਿਲਦੀ ਆ ਇਹਦੇ ਵਿੱਚ, ਤਾਂ ਤੁਸੀਂ ਆਪਦੇ ਕੰਫਰਟੇਬਲ ਦੇ ਹਿਸਾਬ ਨਾਲ ਐਕਸਟੈਂਡ ਕਰ ਸਕਦੇ ਹੋ। ਜੇ ਤੁਸੀਂ ਹੁਣ ਮਰਸੀਡੀਜ਼ C300 ਚਲਾਈ ਹੋਊ, ਤੁਸੀਂ ਇਹਨਾਂ ਚੀਜ਼ਾਂ ਨੂੰ ਹੱਥ ਲਾ ਕੇ ਦੇਖਿਓ, ਏਦਾਂ ਤਾਂ ਤੁਹਾਨੂੰ ਕ੍ਰੈਕ ਦੀ ਆਵਾਜ਼ ਸੁਣਨ ਨੂੰ ਮਿਲੂਗੀ, ਵੀ ਕ੍ਰੈਕਲਿੰਗ ਸਾਊਂਡ ਮਿਲ ਰਹੀ ਆ। ਇਟਸ ਵੀ ਕੁਆਲਿਟੀ ਲੋ ਆ, ਪਰ ਜੇ ਤੁਸੀਂ ਇਹਨੂੰ ਬਿਲਕੁਲ ਦੇਖਦੇ ਹੋ, ਇਟਸ ਵੈਰੀ ਸੋਲਿਡ। BMW ਨੇ ਆਪਦਾ 3 ਸੀਰੀਜ਼ ਦੇ ਵਿੱਚ ਇੰਨੇ ਐਫਰਟਸ ਪੁੱਟ ਕੀਤੇ ਆ ਵੀ ਇਟ ਫੀਲਸ ਲਾਈਕ ਅ ਵੈਰੀ ਸੋਲਿਡ ਕਾਰ, ਐਂਡ ਇਟਸ ਡੈਫੀਨੇਟਲੀ ਵਨ ਆਫ ਦਾ ਬੈਸਟ ਕਾਰ ਇਨ ਇਟਸ ਸੈਗਮੈਂਟ। ਦਾ ਬੈਸਟ ਨਹੀਂ ਹਜੇ ਮੈਂ ਕਹਿਣਾ ਚਾਹੂੰਗਾ, ਜਦੋਂ ਆਪਾਂ ਕੰਪੇਅਰ ਕਰਾਂਗੇ ਬਾਕੀ ਗੱਡੀਆਂ ਬਰਾਬਰ ਖੜੀਆਂ ਹੋਣੀਆਂ ਆਪਾਂ ਤਾਂ ਕਹਿ ਸਕਦੇ ਹਾਂ, ਬਟ ਇਟ ਆਲਮੋਸਟ ਦੇਅਰ ਪਰਫੈਕਟ ਕਾਰ ਹੈ। ਸੋ ਡਰਾਈਵ ਕਰਦੇ ਹਾਂ ਸਟਾਰਟ ਗੱਡੀ ਦੀ, ਤੇ ਸੋ ਦਿਸ ਕਾਰ ਹੈਜ਼ ਅ 2 ਲੀਟਰ ਟਵਿਨ ਟਰਬੋ ਇੰਜਨ, ਤੇ ਨਾਲ ਇਹਦੇ not dual clutch, this time they used 8-speed automatic transmission, ਤੇ ਡਰਾਈਵ ਬਹੁਤ ਜ਼ਿਆਦਾ ਸਮੂਥ ਆ ਗੱਡੀ ਦੀ। ਲਾਈਕ ਇੱਕ ਚੀਜ਼ ਇਹਨਾਂ ਨੇ ਬੜੀ ਧਿਆਨ 'ਚ ਰੱਖੀ ਆ, ਵੀ ਜਿਹੜੀ ਇੰਜਨ ਦੀ ਫੀਲ ਆ, BMW ਮੋਸਟਲੀ ਇਜ਼ ਆਲ ਅਬਾਊਟ ਫੀਲ ਐਂਡ ਫੀਡਬੈਕ ਫॉर ਦਾ ਡਰਾਈਵਰ ਬਿਹਾਈਂਡ ਦਾ ਵੀਲ। ਜਿਹੜੀ ਇੰਜਨ ਦੀ ਫੀਲ ਆ ਅੰਦਰ ਪੂਰੀ ਮਤਲਬ ਤੁਹਾਨੂੰ ਵਧੀਆ ਆਉਂਦੀ ਆ, ਵੀ ਵਟ ਇਟਸ ਡੂਇੰਗ। ਇੱਕ ਇੰਜਨ ਦਾ ਕੰਟੀਨਿਊਸਲੀ ਇੰਜਨ ਦਾ ਇੱਕ ਜਿਹੜਾ ਨੋਟ ਆ ਉਹ ਤੁਹਾਨੂੰ ਸੁਣਨ ਨੂੰ ਮਿਲਦਾ ਆ, ਲਾਈਕ ਵਿਚ ਇਜ਼ ਐਂਪਲੀਫਾਈਡ ਹੈ ਨਾ, ਤੁਹਾਨੂੰ ਬਾਹਰ ਨਹੀਂ ਸੁਣਨ ਨੂੰ ਮਿਲੂਗਾ, ਅੰਦਰ ਜਿਹੜੀ ਦੀ ਗਰੋਲ ਆ ਆਉਂਦੀ ਆ, ਤੇ ਉਹ ਇਹਨੂੰ ਇੱਕ ਬਹੁਤ ਹੀ ਜ਼ਿਆਦਾ ਸਪੋਰਟੀ ਫੀਲ ਦਿੰਦੀ ਹੈ ਗੱਡੀ ਨੂੰ। ਸੋ ਵੀ ਆਰ ਇਨ ਦਾ ਸਕੂਲ ਜ਼ੋਨ, ਆਪਾਂ ਹੌਲੀ ਕਰ ਲਈਏ। ਸੋ ਜਿਹੜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਇੰਜਨ ਦੀ ਪਾਵਰ ਡਿਲੀਵਰੀ ਦੀ। ਇਹ ਇੰਜਨ ਦੀ ਪਾਵਰ ਡਿਲੀਵਰੀ ਬੀਇੰਗ ਇਵਨ ਅ ਟਰਬੋ ਚਾਰਜਡ ਇੰਨੀ ਕਿ ਜ਼ਿਆਦਾ ਲੀਨੀਅਰ ਆ, देयर इज लिटिल टू नो लैग इन टर्बो ਦਾ ਕੋਈ ਵੀ ਲੈਗ ਨਹੀਂ ਹੈਗਾ, ਐਂਡ 2 ਲੀਟਰ ਇੰਜਨ 8 ਸਪੀਡ ਟਰਾਂਸਮਿਸ਼ਨ ਤੇ ਗੱਡੀ ਜਾਂਦੀ ਹੈ 0 to 60 in 5.8 seconds। that's very fast, ਬਹੁਤ ਫਾਸਟ ਆ। ਤੇ ਜੇ ਮੈਂ ਇਹਦੇ ਇੰਜਨ ਦੀ ਤੁਹਾਨੂੰ ਫਿਊਲ ਐਫੀਸ਼ੀਐਂਸੀ ਦੱਸਤੀ, ਤਾਂ ਇਹ ਅਪਰੋਕਸੀਮੇਟਲੀ ਹਾਈਵੇ ਦੇ ਉੱਤੇ 1000 ਕਿਲੋਮੀਟਰਸ ਕੱਢ ਦਿੰਦਾ ਆ, which is like 14 to 15 kilometers per liter or even more with premium fuel। ਜੋ ਮਤਲਬ ਇਹਨੂੰ ਇਕਨੋਮੀ ਕਾਰ ਜਿਹੜੀਆਂ ਆਉਂਦੀਆਂ ਮਿਡ ਸਾਈਜ਼ ਸੈਗਮੈਂਟ ਦੀਆਂ ਗੱਡੀਆਂ ਆਉਂਦੀਆਂ ਨੇ, ਉਹਨਾਂ ਜਿੰਨੀ ਇਹਦੀ ਫਿਊਲ ਐਫੀਸ਼ੀਐਂਸੀ ਬਣ ਜਾਂਦੀ ਹੈ। ਉਸ ਹਿਸਾਬ ਨਾਲ ਵੀ ਸ਼ੁਡ ਨਾਟ ਕੰਪੇਅਰ ਇਟ ਟੂ them, ਬਟ ਇਟ ਜਸਟ ਫॉर ਰੈਫਰੈਂਸ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਦੀ ਫਿਊਲ ਐਫੀਸ਼ੀਐਂਸੀ ਕਿੰਨੀ ਵਧੀਆ ਹੈ ਗੱਡੀ ਦੀ। ਐਂਡ ਹੁਣ ਇਹਨਾਂ ਨੇ ਜਿਹੜਾ ਇਸ ਟਾਈਮ ਜਿਹੜੀ ਇਹਦੀ weight ਦੀ ਡਿਸਟ੍ਰੀਬਿਊਸ਼ਨ ਆ, ਇਟਸ 51 and 49, 51 ratio 49, so front and back, so it's almost 50-50, and car feels super natural to drive। ਤੁਸੀਂ ਕੋਈ ਮਰਜ਼ੀ ਇਹਨੂੰ ਕਰਵ 'ਚ ਸਿੱਟੋ, ਸੌਰੀ ਨਾਟ ਦਾ ਕਰਵ, ਕਿਸੇ ਵੀ ਇਹਨੂੰ ਕਾਰਨਰ 'ਚ ਥਰੋ ਕਰੋ, ਤੁਹਾਨੂੰ ਬਹੁਤ ਹੀ ਜ਼ਿਆਦਾ ਕੌਨਫੀਡੈਂਸ ਇੰਸਪਾਇਰਿੰਗ ਇਹਦੀ ਜਿਹੜੀ ਆ ਹੈਂਡਲਿੰਗ ਇਹਦੀ ਗੱਡੀ ਦੀ ਲੱਗੂਗੀ। ਜਿਹੜੀ ਥੋੜੀ ਜਿਹੀ ਗੱਡੀ ਦੇ ਵਿੱਚ ਹੈਗੀ ਜਿਹੜੀ ਰਾਈਡ ਆ, ਇਜ਼ ਨਾਟ ਐਜ਼ ਕੰਫਰਟੇਬਲ ਐਜ਼ ਦਾ ਮਰਸੀਡੀਜ਼, ਬਟ ਇਟਸ ਲਾਈਕ ਉਹਨਾਂ ਕੇ ਜਿਹੜੀ ਸਪੋਰਟੀ ਹੈਂਡਲਿੰਗ ਦੇ ਵਿੱਚ ਉਹਨੂੰ ਐਜ ਆਊਟ ਕਰ ਦਿੰਦੀ ਆ। ਐਂਡ ਜਿਹੜੀ ਓਵਰਆਲ ਰਾਈਡ ਆ ਥੋੜੀ ਜਿਹੀ ਹਾਰਡ ਆ, ਪਰ ਓਵਰਆਲ ਜਿਹੜਾ ਸਪੋਰਟੀਨੈਸ ਹੈ ਗੱਡੀ ਦੀ ਉਹ ਬਹੁਤ ਵਧੀਆ ਆ। So when you put your foot down, and this happens, so 5.8 seconds and 0 to 60 to 100 तक, 62 miles तक, it's the same thing। and ਜਿਹੜਾ ਇੰਜਨ ਆ ਲੋ ਐਂਡ ਮਿਡ ਰੇਂਜ ਹਾਈ ਟਾਪ ਐਂਡ ਸਾਰੇ ਕਿਤੇ ਕਿਸੇ ਵੀ ਰੈਵ ਰੇਂਜ ਕਿਤੇ ਵੀ ਗੇਅਰ ਸਿੱਟ ਦੋ ਉੱਥੇ ਹੀ ਰਿਸਪੌਂਡ ਕਰਦਾ ਆ, ਤੇ ਜਿਹੜਾ ਟਰਾਂਸਮਿਸ਼ਨ ਇਹਦਾ ਸੁਪਰ ਕੁਇਕ ਆ।
very quick. It doesn't even feel like automatic in the first place. It feels like a dual clutch. ਤੇ ਇਹ ਇਹਦੀ ਗੱਡੀ ਦੀ ਜਿਹੜੀ ਡਰਾਈਵਿੰਗ ਨੇਚਰ ਹੈ ਗੱਡੀ ਦੀ ਬਹੁਤ ਹੀ ਜ਼ਿਆਦਾ ਵਧੀਆ ਹੈ। ਆਪਣੇ ਸੈਗਮੈਂਟ 'ਚ ਮੈਂ ਬੈਸਟ ਕਹੂੰਗਾ ਇਹਨੂੰ। ਜਿਹੜੀ ਆਡੀ ਦੀ ਡਰਾਈਵ ਆ ਉਹ ਥੋੜੀ ਜਿਹੀ ਜ਼ਿਆਦਾ ਹੀ ਸੌਫਟ ਹੈ ਨਾ, ਉਹ ਤੁਹਾਨੂੰ ਕੁਝ ਫੀਲ ਹੀ ਨਹੀਂ ਹੁੰਦਾ ਗੱਡੀ ਦਾ ਨਾ, ਤੁਸੀਂ ਚਲਾ ਰਹੇ ਹੋ। ਐਂਡ ਜਿਹੜੀ ਮਰਸੀਡੀਜ਼ ਆ ਉਹ ਜ਼ਿਆਦਾ ਕੰਫਰਟ ਓਰੀਐਂਟਡ ਹੈ। ਜਿਹੜਾ ਮਤਲਬ ਬੈਲੈਂਸ ਉਹ ਜ਼ਿਆਦਾ ਸਪੋਰਟੀ ਕਰ ਰਿਹਾ ਹੁਣ ਨਵੀਆਂ ਗੱਡੀਆਂ ਨੂੰ ਮਰਸੀਡੀਜ਼ ਵਾਲੇ, ਲਾਈਕ ਦ ਲੋਅਰ AMG ਵੇਰੀਐਂਟਸ, ਤੇ ਇਹ ਜ਼ਿਆਦਾ ਗੱਡੀਆਂ ਨੂੰ ਆਪਦੇ ਨੂੰ ਕੰਫਰਟੇਬਲ ਕਰ ਰਿਹਾ। ਸੋ ਜਿਹੜਾ ਕਿਤੇ ਨਾ ਕਿਤੇ ਬੈਲੈਂਸ ਆ ਉਹ ਗੱਡੀ ਇਹ ਬਿਲਕੁਲ ਸਹੀ ਸਟਰਾਈਕ ਕਰਦੀ ਆ ਐਂਡ ਇਟਸ ਵੈਰੀ ਗੁੱਡ। ਜਿਹੜਾ ਸਸਪੈਂਸ਼ਨ ਦੀ ਜਿਹੜੀ ਨੋਇਜ਼ ਸੀਗੀ ਜਾਂ ਜਿਹੜੀ ਇੰਟੀਰੀਅਰ ਦੀ ਇਨਸੂਲੇਸ਼ਨ ਸੀ ਥੋੜੀ ਜਿਹੀ ਹੋਰ ਬੈਟਰ ਹੋ ਸਕਦੀ ਸੀ, ਬਟ ਇਹ ਮਤਲਬ ਕੋਈ ਕੰਪਲੇਂਟ ਕਰਨ ਵਾਲੀ ਗੱਲ ਨਹੀਂ ਹੈ। ਬਸ ਇਹ ਥੋੜਾ ਇੱਕ ਫੀਲ ਆਉਂਦਾ ਵੀ ਥੋੜੀ ਇਹਦੀ ਜਿਹੜੀ ਇਨਸੂਲੇਸ਼ਨ ਸੀ ਕੈਬਨ ਦੀ ਵਧੀਆ ਹੋ ਸਕਦੀ ਸੀ, ਬਟ ਇਟਸ ਅ ਬੇਸ ਮਾਡਲ। ਸੋ ਜਿਵੇਂ ਜਿਵੇਂ ਤੁਸੀਂ ਮਾਡਲ ਦੇ ਅਪ ਜਾਂਦੇ ਤਾਂ ਥੋੜੀ ਡੈਸ਼ ਦੇ ਮਟੀਰੀਅਲਸ ਵੀ ਚੇਂਜ ਹੁੰਦੇ ਆ, ਹੁੱਡ ਦੇ ਅੰਦਰ ਇਨਸੂਲੇਸ਼ਨ ਵੀ ਲਾ ਦਿੰਦੇ ਆ, ਤਾਂ ਉਹਦੇ ਨਾਲ ਜਿਹੜੇ ਤੁਹਾਡੇ ਕੋਲ ਇਹਦੇ 'ਚ ਵੇਰੀਏਬਲ ਸਟੀਅਰਿੰਗ ਦੀ ਆਪਸ਼ਨ ਵੀ ਆਉਂਦੀ ਆ। ਬਟ ਐਜ਼ ਅ ਕੰਪਲੀਟ ਪੈਕੇਜ ਇਹ ਗੱਡੀ ਤੁਹਾਨੂੰ ਬਹੁਤ ਹੀ ਵਧੀਆ। ਉਦੋਂ ਜਿਹੜੀ ਇਹਦੀ ਵਧੀਆ ਗੱਡੀ ਦੀ ਗੱਲ ਉਹ ਹੈ, ਉਦੋਂ ਵੀ ਜਿਹੜੀ ਸਿਰਾ ਗੱਲ ਹੈ ਗੱਡੀ ਦੀ ਉਹ ਹੈ ਕਿ ਇਹ ਗੱਡੀ ਦਾ ਜਿਹੜਾ ਮੇਨਟੇਨੈਂਸ ਪੈਕੇਜ ਆ ਉਹ ਫ੍ਰੀ ਆ। ਮਤਲਬ BMW ਤੁਹਾਨੂੰ 4 ਸਾਲ 80,000 ਕਿਲੋਮੀਟਰ ਤੱਕ ਇਹ ਗੱਡੀ ਦੇ ਆਇਲ ਚੇਂਜਸ ਫ੍ਰੀ ਦਿੰਦਾ ਆ। ਜਿਹੜਾ ਇਹ ਗੱਡੀ ਦਾ ਓਨਰ ਹੈ ਬੰਦਾ, ਉਹ ਇਹ ਗੱਡੀ ਨੂੰ ਟੋਰਾਂਟੋ ਟੂ ਵੈਨਕੂਵਰ ਤੱਕ ਡਰਾਈਵ ਕਰਕੇ ਲੈ ਗਿਆ, ਉੱਥੇ ਜਾ ਕੇ ਗੱਡੀ ਦਾ ਆਇਲ ਚੇਂਜ ਆ ਗਿਆ ਤਾਂ ਫ੍ਰੀ ਆਫ ਕਾਸਟ। ਆਈ ਲਿਟਰਲੀ ਸੌ ਦੈਟ $0 ਦਾ ਬਿੱਲ ਸੀ ਗੱਡੀ ਦਾ ਐਟ 40,000 ਕਿਲੋਮੀਟਰਸ। ਜਦੋਂ ਇਹ ਗੱਡੀ ਉੱਥੇ ਚੱਲ ਕੇ ਪਹੁੰਚੀ ਆ 0 ਕਿਲੋਮੀਟਰ ਦਾ ਬਿੱਲ ਸੀ, ਤੇ ਇਹਦਾ ਇੰਜਨ ਆਇਲ ਦੀ ਜਿਹੜੀ ਸਰਵਿਸਿੰਗ ਸੀ ਉਹ ਫ੍ਰੀ ਸੀਗੀ, which is very unique and good about BMW. So ਦੇਖੋ ਉਹਦਾ ਗੱਡੀਆਂ ਤਾਂ ਸੈਗਮੈਂਟ ਵਾਈਜ਼ ਕੰਪੇਅਰ ਕਰਦੇ ਆ ਸਾਰੇ ਹਨਾ, ਲਾਈਕ ਮਿਡ ਸਾਈਜ਼ ਲਗਜ਼ਰੀ ਦਾ ਉਹਦੇ ਨਾਲ ਇਹ ਆ, ਬਟ ਆਪਾਂ ਪ੍ਰਾਈਸ ਸੈਂਸਿਟਿਵ ਵੀ ਹੁੰਨੇ ਆ। ਕੋਈ ਵੀ ਬੰਦਾ ਸਪੋਰਟਸ ਸੈਡਾਨ ਤੋਂ ਲਗਜ਼ਰੀ ਸੈਡਾਨ ਤੋਂ ਲੈ ਕੇ SUV ਤੱਕ ਸੇਮ ਬਜਟ ਦੇ ਵਿੱਚ ਗੱਡੀ ਦੇਖ ਰਿਹਾ ਹੁੰਦਾ। ਸੋ ਜੇ ਤੁਹਾਨੂੰ ਲੱਗਦਾ ਵੀ ਜਿਹੜੀ 3 ਸੀਰੀਜ਼ ਨਵੀਂ 2020 ਬਹੁਤ ਮਹਿੰਗੀ ਪਊਗੀ, ਇਹ ਮਤਲਬ ਤੁਹਾਡਾ ਵਹਿਮ ਆ ਬਿਲਕੁਲ। ਇਹ ਗੱਡੀ ਜੇ ਤੁਸੀਂ ਆਟੋ ਪਲਾਨ ਤੇ ਚੈੱਕ ਕਰੋਗੇ ਇਹ $40,000 ਦੀ ਰੀਟੇਲ ਹੋ ਰਹੀ ਆ, which is a little lower than that of Mercedes C300 and ਇਹ ਕੰਪਲੀਟ ਇਨ ਟਰਮਸ ਆਫ ਅੰਡਰਡੌਗ ਤਾਂ ਨਹੀਂ ਹੈਗੀ, ਮਤਲਬ ਅੰਡਰਡੌਗ ਤਾਂ ਨਹੀਂ ਹੈਗੀ ਇਹ ਗੱਡੀ, ਬੈਸਟ ਸੈਲਿੰਗ ਆਲਰੇਡੀ। ਬਟ ਜੇ ਤੁਹਾਡੇ ਧਿਆਨ 'ਚ ਨਹੀਂ ਹੈਗਾ ਤਾਂ ਇਹ ਗੱਡੀ ਨੂੰ ਜ਼ਰੂਰ ਡਰਾਈਵ ਕਰੋ ਇੱਕ ਵਾਰੀ। ਐਂਡ 40,000 ਦੇ ਬਜਟ ਦੇ ਵਿੱਚ ਮਤਲਬ ਜਿਹੜੀ ਪੇਮੈਂਟ ਬਣਦੀ ਹੈਗੀ ਅਰਾਊਂਡ 350 to 400 ਬਾਈ ਵੀਕਲੀ ਦੇ ਵਿੱਚ ਜੇ ਤੁਸੀਂ ਇਹ ਗੱਡੀ ਦੇਖ ਰਹੇ ਹੋ, ਕੋਈ ਵੀ ਗੱਡੀ ਦੇਖ ਰਹੇ ਹੋ, ਯੂ ਸ਼ੁੱਡ ਕੰਸੀਡਰ ਦਾ BMW 330i। ਆਲਰੇਡੀ ਅਸੀਂ ਇੱਕ ਵਾਰੀ 'ਚ ਸੋਲਡ ਆਊਟ ਹੋ ਚੁੱਕੇ ਹਾਂ ਤੇ ਹੁਣ ਦੁਬਾਰਾ ਯੂਨਿਟਸ ਆਈਆਂ ਨੇ। ਸਾਰੀਆਂ ਯੂਨਿਟਸ ਬਹੁਤ ਘੱਟ ਚੱਲੀਆਂ, ਸਾਰੀਆਂ 50,000 ਤੋਂ ਘੱਟ ਚੱਲੀਆਂ ਹੋਈਆਂ ਨੇ। ਐਂਡ ਇਟਸ ਵਰਥ ਟੇਕਿੰਗ ਅ ਲੁੱਕ ਐਟ ਦਿਸ ਕਾਰ। ਐਂਡ ਤੁਹਾਨੂੰ ਪਤਾ ਹੈ ਕਿਸੇ ਵੀ ਯੂਰੋਪੀਅਨ ਕਾਰ ਦੇ ਵਾਂਗੂ ਹਰ BMW ਵੀ ਬਹੁਤ ਜਲਦੀ ਡੈਪਰੀਸ਼ੀਏਟ ਕਰਦੀ ਹੈ। ਤੁਸੀਂ ਬ੍ਰਾਂਡ ਨਿਊ ਲੈਂਦੇ ਹੋ ਤਾਂ ਕਰਕੇ ਉਸ ਡੈਪਰੀਸ਼ੀਏਸ਼ਨ ਦਾ ਫਾਇਦਾ ਲੈਣਾ ਚਾਹੀਦਾ ਯੂਜ਼ਡ ਕਾਰ ਮਾਰਕੀਟ ਦੇ ਵਿੱਚ। ਐਂਡ ਉਦੋਂ ਇਹ ਗੱਡੀ ਜਦੋਂ ਇਹ ਗੱਡੀ ਓਨਰ ਨੇ ਲਈ ਸੀਗੀ ਉਦੋਂ ਸਿਰਫ 18,000 ਕਿਲੋਮੀਟਰ ਚੱਲੀ ਹੋਈ ਸੀ, ਤੇ ਹੁਣ 40 ਅੱਜ ਦੀ ਡੇਟ ਤੇ ਜਦੋਂ ਬੰਦੇ ਨੇ ਗੱਡੀ ਨੇ ਓਨਰ ਨੇ ਜਦੋਂ ਗੱਡੀ ਲਈ ਸੀ ਤਾਂ ਉਹਨੇ ਉਦੋਂ ਸਿਰਫ 18,000 ਕਿਲੋਮੀਟਰ ਚੱਲੀ ਹੋਈ ਸੀ। ਐਂਡ ਐਟ ਦੈਟ ਟਾਈਮ ਉਦੋਂ ਬਾਅਦ ਗੱਡੀਆਂ ਦੇ ਇਹਨਾਂ ਦੇ ਰੇਟ ਵਧੇ ਆ ਨਾ ਕਿ ਘਟੇ ਆ। ਇਟਸ ਬੀਨ ਅ ਵਾਈਲ, ਜਦੋਂ 8 ਤੋਂ 9 ਮਹੀਨੇ ਹੋ ਗਏ ਗੱਡੀ ਲਈ ਨੂੰ, ਤੇ ਉਦੋਂ ਬਾਅਦ ਇਹਨਾਂ ਗੱਡੀਆਂ ਦੇ $1,000 ਜਾਂ $2,000 ਰੇਟ ਵਧੇ ਆ, ਘਟੇ ਨਹੀਂ ਹੈਗੇ। ਤੇ ਸੋ ਦੈਟਸ ਵਾਈ ਇਟਸ ਅ ਵੈਰੀ ਨਾਈਸ ਚੋਇਸ ਟੂ ਹੈਵ in this price range. So guys, that's all for today. ਕਮੈਂਟਸ 'ਚ ਜ਼ਰੂਰ ਦੱਸਣਾ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਕੀ ਤੁਹਾਡੀ ਆਪਣੀ ਫੀਡਬੈਕ ਜ਼ਰੂਰ ਦੇਣਾ। ਤੁਸੀਂ ਕੀ ਨਹੀਂ ਦੇਖਣਾ ਚਾਹੁੰਦੇ ਹੋ, ਕੀ ਨਹੀਂ ਦੇਖਣਾ ਚਾਹੁੰਦੇ, ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਸੀਂ ਕੈਨੇਡੀਅਨ ਕਾਰ ਇੰਡਸਟਰੀ ਬਾਰੇ ਲੈਣਾ ਚਾਹੁੰਦੇ ਹੋ, ਪਲੀਜ਼ ਸ਼ੇਅਰ ਕਰਿਓ ਆਪਦੇ ਵਿਊਜ਼। ਐਂਡ ਅਸੀਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ। ਐਂਡ ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਵੀਡੀਓ ਗਾਈਜ਼। ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਸਬਸਕ੍ਰਾਈਬ ਕਰਕੇ। ਥੈਂਕ ਯੂ ਵੈਰੀ ਮਚ ਵਨਸ ਅਗੇਨ।